ਅੱਜ ਦੀ ਇਹ ਘਟਨਾ ਗੁਰੂ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਹੈ, ਜਿੱਥੇ ਇੱਕ ਨੌਜਵਾਨ ਸਾਬਤ ਸੂਰਤ ਸਿੱਖ ਪੰਜਾਬ ਪੁਲਿਸ ਦੇ ਵਿੱਚ ਥਾਣੇਦਾਰ ਲੱਗਿਆ ਹੋਇਆ ਹੈ। ਭਾਈ ਪਰਮਜੀਤ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਨੇ ਦੱਸਿਆ ਕਿ ਉਹਨਾਂ ਨੇ ਇਹ ਨੌਜਵਾਨ ਸਿੱਖ ਚੌਂਕੀ ਦੇ ਵਿੱਚ ਦੇਖਿਆ। ਭਾਈ ਸਾਹਿਬ ਇਸ ਨੂੰ ਦੇਖ ਕੇ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਉਸ ਥਾਣੇਦਾਰ ਨੂੰ ਕਿਹਾ ਕਿ ਤੂੰ ਪੰਜਾਬ ਪੁਲਿਸ ਦਾ ਥਾਣੇਦਾਰ ਹੈ ਅਤੇ ਗੁਰੂ ਸਾਹਿਬ ਦੀ ਸਿੱਖੀ ਦਾ ਦਾੜਾ ਤੇ ਕੇਸ ਪ੍ਰਕਾਸ਼ ਕੀਤਾ ਹੋਇਆ ਹੈ। ਤੈਨੂੰ ਦੇਖ ਕੇ ਮੇਰੀ ਰੂਹ ਬਹੁਤ ਖੁਸ਼ ਹੋਈ। ਭਾਈ ਸਾਹਿਬ ਨੇ ਕਿਹਾ ਕਿ ਇਸ ਤਰ੍ਹਾਂ ਇੱਕ ਸਿੱਖ ਦਾ ਤੇਰਾ ਸਰੂਪ ਦੇਖ ਕੇ ਮਨ ਖੁਸ਼ ਹੋਇਆ ਹੈ। ਜੇਕਰ ਇੱਕ ਸਿੱਖ ਦੇ ਅੰਦਰੋਂ ਇੰਨੀਆਂ ਅਸੀਸਾਂ ਨਿਕਲ ਰਹੀਆਂ ਨੇ ਤੇ ਗੁਰੂ ਦੇ ਅੰਦਰੋਂ ਇਹ ਦੇਖ ਕੇ ਕਿੰਨੀਆਂ ਅਸੀਸਾਂ ਨਿਕਲਣਗੀਆਂ ਤੁਸੀਂ ਸੋਚ ਵੀ ਨਹੀਂ ਸਕਦੇ। ਕੇਸ ਗੁਰੂ ਦੀ ਖੇਤੀ ਹੈ ਅਤੇ ਅਸੀਂ ਇਸ ਖੇਤੀ ਦੇ ਪਹਿਰੇਦਾਰ ਹਾਂ। ਜੇਕਰ ਇੱਕ ਸਿੱਖ ਇੰਨਾ ਖੁਸ਼ ਹੋਏ ਤਾਂ ਗੁਰੂ ਕਿੰਨਾ ਖੁਸ਼ ਹੋਵੇਗਾ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ। ਇਹ ਸਭ ਸੁਣ ਕੇ ਥਾਣੇਦਾਰ ਨੇ ਦੱਸਿਆ ਕਿ ਭਾਈ ਸਾਹਿਬ ਇਹ ਮੈਂ ਸਿੱਖੀ ਸਰੂਪ ਕਿਸ ਤਰ੍ਹਾਂ ਸੰਭਿਆ ਹੈ। ਉਸ ਨੇ ਦੱਸਿਆ ਕਿ ਬਾਬਾ ਬਕਾਲੇ ਦੇ ਕੋਲ ਉਸ ਦਾ ਪਿੰਡ ਹੈ ਅਤੇ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਘਰ ਦੇ ਵਿੱਚ ਉਹ ਤੇ ਉਸ ਦੀ ਮਾਂ ਇਕੱਲੇ ਰਹਿ ਗਏ। 2 ਭੈਣਾਂ ਸੀ, ਉਹ ਵੀ ਵਿਆਹ ਦਿੱਤੀਆਂ ਗਈਆਂ ਤੇ ਉਹ ਪੜ੍ਹ ਲਿਖ ਕੇ ਥਾਣੇਦਾਰ ਵੀ ਬਣ ਗਿਆ। ਪੰਜਾਬ ਦੇ ਵਿੱਚ ਖਾਲਸੇ ਦਾ 300 ਸਾਲਾ ਮਨਾਇਆ ਜਾਣਾ ਸੀ। ਇੱਕ ਦਿਨ ਉਸ ਦੀ ਮਾਂ ਉਸ ਨੂੰ ਕਹਿੰਦੀ ਹੈ ਕਿ ਪੁੱਤ ਇਹ ਘਰ ਸਿੱਖਾਂ ਦਾ ਨਹੀਂ ਲੱਗਦਾ। ਉਸ ਦੀ ਮਾਂ ਨੇ ਇਹ ਕਿਹਾ ਕਿ ਪਹਿਲਾਂ ਤਾਂ ਉਸ ਦਾ ਪਿਤਾ ਹੁੰਦਾ ਸੀ, ਉਸ ਦੇ ਸਿਰ ਦੇ ਉੱਤੇ ਪਗੜੀ ਸਜੀ ਹੁੰਦੀ ਸੀ ਤੇ ਮੂੰਹ ਦੇ ਉੱਤੇ ਦਾੜਾ ਪ੍ਰਕਾਸ਼ ਹੁੰਦਾ ਸੀ। ਕਹਿਣ ਵਾਲੇ ਕਹਿੰਦੇ ਸੀ ਕਿ ਇਹ ਘਰ ਸਿੱਖਾਂ ਦਾ ਹੈ ਤੇ ਉਸ ਦੇ ਪਿਤਾ ਤੋਂ ਬਾਅਦ ਹੁਣ ਘਰ ਦਾ ਮੁਖੀ ਤਾਂ ਉਹੀ ਹੈ, ਪਰ ਨਾ ਤਾਂ ਉਸ ਦੇ ਸਿਰ ਦੇ ਉੱਤੇ ਦਸਤਾਰ ਸੀ ਤੇ ਦਾੜੀ ਵੀ ਕਤਲ ਕਰਵਾਈ ਹੋਈ ਸੀ। ਉਸ ਦੀ ਮਾਂ ਨੇ ਕਿਹਾ ਕਿ ਘਰ ਦੇ ਵਿੱਚ ਹੁਣ ਤਾਂ ਉਹ ਦੋਨੋਂ ਹੀ ਬਚੇ ਨੇ ਤੇ ਨਾ ਹੀ ਉਸ ਦੀ ਮਾਂ ਨੇ ਅੰਮ੍ਰਿਤ ਛਕਿਆ ਹੋਇਆ ਸੀ, ਸੋ ਘਰ ਕਿਸੇ ਪਾਸਿਓਂ ਵੀ ਸਿੱਖਾਂ ਦਾ ਨਹੀਂ ਲੱਗਦਾ ਸੀ। ਸੋ ਇਹ ਸਭ ਕੁਝ ਦੇਖ ਕੇ ਉਸ ਮਾਂ ਦੇ ਅੰਦਰ ਇੱਕ ਦਰਦ ਨਿਕਲ ਰਿਹਾ ਸੀ। ਫਿਰ ਉਸ ਦੀ ਮਾਂ ਨੇ ਕਿਹਾ ਕਿ ਜੇਕਰ ਤੇਰੀ ਸਲਾਹ ਹੋਵੇ ਤਾਂ ਮੈਂ ਇਸ 300 ਸਾਲਾਂ ਤੇ ਅੰਮ੍ਰਿਤ ਛਕ ਲਵਾਂ। ਤਾਂ ਉਸ ਦੇ ਥਾਣੇਦਾਰ ਪੁੱਤਰ ਨੇ ਕਿਹਾ ਕਿ ਇਸ ਨਾਲੋਂ ਚੰਗਾ ਹੋਰ ਕੋਈ ਕੰਮ ਨਹੀਂ ਹੋ ਸਕਦਾ ਕਿ ਤੁਸੀਂ ਇਸ ਵਿਸਾਖੀ ਦੇ ਉੱਤੇ ਅੰਮ੍ਰਿਤ ਛਕ ਲਵੋ। ਇਹ ਸੁਣ ਕੇ ਉਸ ਦੀ ਮਾਂ ਨੇ ਕਿਹਾ ਕਿ ਜਦੋਂ ਮੈਂ ਅੰਮ੍ਰਿਤ ਛਕ ਕੇ ਆਵਾਂਗੀ ਤਾਂ ਲੋਕ ਦੇਖ ਕੇ ਕਹਿਣਗੇ ਕਿ ਆਪ ਤਾਂ ਅੰਮ੍ਰਿਤ ਛਕ ਲਿਆ ਤੇ ਮੁੰਡੇ ਦਾ ਸਿਰ ਮੁੰਨਿਆ ਹੋਇਆ ਹੈ, ਤਾਂ ਲੋਕ ਇਹ ਦੇਖ ਕੇ ਤਾਨੇ ਮਾਰਨਗੇ। ਉਸ ਦੀ ਮਾਂ ਨੇ ਕਿਹਾ ਕਿ ਮੈਂ ਤੈਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਮੈਂ ਤੈਨੂੰ ਦਾੜੇ ਵੱਲੋਂ ਕੁਝ ਨਹੀਂ ਕਹਿੰਦੀ, ਪਰ ਤੂੰ ਸਿਰ ਦੇ ਕੇਸ ਰੱਖ ਕੇ ਪੱਗ ਜ਼ਰੂਰ ਬੰਨਿਆ ਕਰ। ਉਸ ਥਾਣੇਦਾਰ ਨੇ ਕਿਹਾ ਕਿ ਮੈਂ ਉਸ ਦਿਨ ਹੀ ਆਪਣੇ ਦਿਲ ਦੇ ਵਿੱਚ ਠਾਣ ਲਿਆ ਕਿ ਮੈਂ ਆਪਣੀ ਮਾਂ ਦੀ ਭਾਵਨਾ ਦੀ ਕਦਰ ਕਰਨੀ ਹੈ ਅਤੇ ਮੈਂ ਆਪਣੇ ਸਿਰ ਦੇ ਕੇਸ ਰੱਖ ਕੇ ਪੱਗ ਬੰਨਣੀ ਸ਼ੁਰੂ ਕਰ ਦਿੱਤੀ। ਫਿਰ ਸਮੇਂ ਦੇ ਨਾਲ ਨਾਲ ਦਾੜੀ ਵੀ ਵਧਣ ਲੱਗੀ ਤੇ ਮੈਂ ਦਾੜੀ ਕਤਲ ਨਹੀਂ ਕਰਵਾਈ। ਥਾਣੇਦਾਰ ਨੇ ਦੱਸਿਆ ਕਿ ਮੈਂ ਹਰ ਰੋਜ਼ ਸੋਚਦਾ ਸੀ ਕਿ ਅੱਜ ਦਾੜੀ ਕਟਵਾ ਲਵਾਂ, ਪਰ ਦਾੜੀ ਕਟਵਾਉਣ ਦਾ ਉਸ ਦਾ ਜਿਗਰਾ ਨਹੀਂ ਪੈ ਰਿਹਾ ਸੀ। ਉਸ ਦਾ ਮਨ ਇੰਝ ਕਰਨ ਦੀ ਇਜਾਜ਼ਤ ਨਹੀਂ ਦੇ ਰਿਹਾ ਸੀ। ਜਦੋਂ ਉਹ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਬੈਠਦਾ ਸੀ ਤਾਂ ਉਸ ਦੇ ਯਾਰ ਦੋਸਤ ਉਸ ਨੂੰ ਤਾਨੇ ਦੇ ਕੇ ਕਹਿੰਦੇ ਸੀ ਕਿ ਤੈਨੂੰ ਬਲੇਡ ਨਹੀਂ ਲੱਭਦਾ ਦਾੜੀ ਕਟਵਾਉਣ ਵਾਸਤੇ। ਲੋਕ ਇਸ ਤਰ੍ਹਾਂ ਮਜ਼ਾਕ ਬਣਾਉਣ ਲੱਗੇ ਉਸ ਥਾਣੇਦਾਰ ਸਿੱਖ ਨੌਜਵਾਨ ਦਾ। ਥਾਣੇਦਾਰ ਨੇ ਦੱਸਿਆ ਕਿ ਇਹ ਸਭ ਕੁਝ ਸੁਣ ਕੇ ਉਹ ਅਰਦਾਸ ਕਰਦਾ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੀ ਰੱਖਿਆ ਕਰੋ। ਫਿਰ ਇੱਕ ਦਿਨ ਉਸ ਦੇ ਯਾਰ ਦੋਸਤ ਜਦੋਂ ਮਜ਼ਾਕ ਦੇ ਵਿੱਚ ਉਸ ਨੂੰ ਜ਼ਿਆਦਾ ਤੰਗ ਕਰਨ ਲੱਗੇ ਤਾਂ ਉਹ ਹਾਰ ਕੇ ਦਾੜੀ ਕਟਵਾਉਣ ਵਾਸਤੇ ਦੁਕਾਨ ਦੇ ਅੰਦਰ ਚਲਿਆ ਗਿਆ। ਥਾਣੇਦਾਰ ਨੇ ਦੱਸਿਆ ਕਿ ਜਦੋਂ ਉਹ ਦਾੜੀ ਕਟਵਾਉਣ ਵਾਸਤੇ ਦੁਕਾਨ ਦੇ ਅੰਦਰ ਵੜਿਆ ਤਾਂ ਉਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਅਤੇ ਉਸ ਨੂੰ ਚੱਕਰ ਆਉਣ ਲੱਗੇ। ਪਹਿਲ ਤਾਂ ਉਸ ਨੂੰ ਇਹ ਸਿਰਫ ਵਹਿਮ ਜਿਹਾ ਲੱਗਿਆ ਤੇ ਫਿਰ ਜਦੋਂ ਉਹ ਦੁਕਾਨ ਤੋਂ ਬਾਹਰ ਆਇਆ ਤਾਂ ਉਸ ਦੀ ਅੱਖਾਂ ਦੀ ਰੌਸ਼ਨੀ ਵੀ ਆ ਗਈ ਤੇ ਉਸ ਨੂੰ ਚੱਕਰ ਆਉਣੇ ਵੀ ਹਟ ਗਏ। ਉਸ ਨੇ ਦੱਸਿਆ ਕਿ ਮੈਂ ਦੁਬਾਰਾ ਅੰਦਰ ਗਿਆ ਤੇ ਬਾਲ ਕਟਵਾਉਣ ਵਾਸਤੇ ਕੁਰਸੀ ਉੱਤੇ ਬੈਠਿਆ ਤੇ ਫਿਰ ਉਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਤੇ ਉਸ ਨੂੰ ਚੱਕਰ ਆਉਣ ਲੱਗ ਗਏ ਤੇ ਜਦੋਂ ਉਹ ਦੁਕਾਨ ਦੇ ਵਿੱਚੋਂ ਬਾਹਰ ਆਉਂਦਾ ਤਾਂ ਉਸ ਨੂੰ ਚੱਕਰ ਆਉਣੇ ਹਟ ਜਾਂਦੇ। ਜਦੋਂ ਉਸ ਨੇ ਇਸ ਤਰ੍ਹਾਂ 3-4 ਵਾਰ ਕੀਤਾ ਤਾਂ ਉਸ ਨੂੰ ਸੋਝੀ ਆ ਗਈ ਤੇ ਉਸ ਨੇ ਕੇਸ ਕਤਲ ਕਰਵਾਉਣ ਦਾ ਇਰਾਦਾ ਬਦਲ ਦਿੱਤਾ ਅਤੇ ਅਰਦਾਸ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਸਾਹਿਬ ਕਿ ਤੂੰ ਇੰਨਾ ਆਪਣੇ ਸਿੱਖਾਂ ਦੇ ਕੋਲ ਹੈ, ਤੂੰ ਮੇਰੇ ਮਾਂ ਦੀ ਅਰਦਾਸ ਬੇਨਤੀ ਇੰਨੀ ਲਾਗੇ ਹੋ ਕੇ ਸੁਣ ਲਈ। ਮੇਰੀ ਮਾਂ ਨੇ ਤਾਂ ਅਰਦਾਸ ਕੀਤੀ ਸੀ ਕਿ ਮੇਰਾ ਪੁੱਤ ਕੇਸ ਨਾ ਕਟਾਵੇ ਤੇ ਤੁਸੀਂ ਵੀ ਅਰਦਾਸ ਪੂਰੀ ਕਰ ਦਿੱਤੀ ਕਿ ਜਦੋਂ ਮੈਂ ਕੇਸ ਕਟਵਾਉਣ ਬਾਰੇ ਸੋਚਦਾ ਹਾਂ ਤਾਂ ਮੈਂ ਇੱਕਦਮ ਅੰਨਾ ਹੋ ਜਾਂਦਾ ਹਾਂ। ਆਪਣੇ ਅੰਦਰ ਇੱਕ ਨਿਸ਼ਚੈ ਕਰਕੇ ਮੈਂ ਸਿੱਖੀ ਸਰੂਪ ਧਾਰਨ ਕਰ ਲਿਆ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਹਮੇਸ਼ਾ ਮੇਰੇ ਅੰਗ ਸੰਗ ਸਹਾਈ ਹੁੰਦੇ ਨੇ।